ਧਨ ਦੌਲਤ ਪ੍ਰਾਪਤ ਕਰਨ ਦੇ ਢੰਗ। ਕਿਸੇ ਗਿਆਨੀ ਪੁਰਸ਼ ਦੇ ਅਨੁਸਾਰ ਮਾਇਆ ਨਾਗਣੀ, ਠੱਗਣੀ ਅਤੇ ਭਰਮਜਾਲ ਵਿੱਚ ਪਾਉਣ ਵਾਲੀ ਹੈ। ਹੋਰ ਵੀ ਅਨੇਕਾਂ ਲੋਕਾਂ ਦੇ ਇਹੋ ਜਿਹੇ ਵਿਚਾਰ ਹੋਣਗੇ, ਕਿਉਂਕਿ ਹਰ ਇਨਸਾਨ ਜਾਣਦਾ ਹੈ ਕਿ ਹਰੇਕ ਦੀ ਇੱਕ ਨਾ ਇੱਕ ਦਿਨ ਮੌਤ ਨਿਸ਼ਚਿਤ ਹੈ। ਜਦੋਂ ਸਾਰੇ ਇਹ ਜਾਣਦੇ ਹਨ ਕਿ ਮਰਨਾ ਨਿਸ਼ਚਿਤ ਹੈ ਤੇ ਕਿਸੇ ਨੇ ਕੁਝ ਵੀ ਨਾਲ ਲੈ ਕੇ ਨਹੀਂ ਜਾਣਾ, ਤਾਂ ਫਿਰ ਇੰਨੀ ਭੱਜ ਦੌੜ ਕਿਸ ਲਈ? ਇੰਨਾ ਕੁਝ ਕਰਨ ਦੀ ਕੀ ਲੋੜ ਹੈ? ਅਸਲ ਵਿੱਚ ਇਹ ਵਿਚਾਰ ਆਦਮੀ ਨੂੰ ਗੁੰਮਰਾਹ ਕਰਦੇ ਹਨ। ਇੱਕ ਮਹਾਨ ਕਥਨ ਅਨੁਸਾਰ ਇਸਤਰੀ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ। ਜੇਕਰ ਦੌਲਤ ਨਾ ਹੋਵੇਗੀ ਤਾਂ ਇਨਸਾਨ ਆਪਣਾ ਰੋਜ਼ਮਰਾ ਦਾ ਗੁਜ਼ਰਾਨ ਨਹੀਂ ਕਰ ਸਕੇਗਾ। ਰੋਟੀ ਖਾਣ ਲਈ ਮਿਹਨਤ ਕਰਨੀ ਪੈਂਦੀ ਹੈ ਅਤੇ ਮਿਹਨਤ ਕਰਾਂਗੇ ਤਾਂ ਹੀ ਪੈਸਾ ਕਮਾਵਾਂਗੇ। ਬਹੁਤੀ ਨਾਮ ਹੀ ਕਮਾਈਏ ਤਾਂ ਇੰਨੀ ਤਾਂ ਕਮਾ ਸਕੀਏ ਕਿ ਪ੍ਰਮੁੱਖ ਲੋੜਾਂ ਕੁੱਲੀ, ਗੁੱਲੀ ਤੇ ਜੁੱਲੀ ਦਾ ਠੀਕ ਪ੍ਰਕਾਰ ਨਾਲ ਪ੍ਰਬੰਧ ਕਰ ਸਕੀਏ। ਤਰੱਕੀ ਪਸੰਦ ਲੋਕ ਜੇਕਰ ਇਹਨਾਂ ਗੱਲਾਂ ਤੇ ਇਤਬਾਰ ਕਰਨ ਤਾਂ ਕਦੇ ਵੀ ਕੁਝ ਨਾ ਬਣਾ ਸਕਣ। ਇਹ ਗੱਲਾਂ ਜੀਵਨ ਦੀ ਗਤੀ ਨੂੰ ਰੋਕਦੀਆਂ ਹਨ, ਭਾਵ ਅੱਗੇ ਵਧਣ ਨਹੀਂ ਦਿੰਦੀਆਂ, ਆਦਮੀ ਨੂੰ ਨਿਕੰਮਾ ਬਣਾ ਦਿੰਦੀਆਂ ਹਨ। ਤੁਹਾਡੀ ਜ਼ਿੰਮੇਵਾਰੀ। ਮਨੁੱਖੀ ਜੀਵਨ ਵਿੱਚ ਜ਼ਿੰਮੇਵਾਰੀ ਦੀ ਬੜੀ ਮਹੱਤਤਾ ਹੈ। ਸਿਰਫ ਤੁਹਾਡੀ ਹੀ ਨਹੀਂ, ਹਰੇਕ ਮਨੁੱਖ ਦੀ ਕੁਝ ਨਾ ਕੁਝ ਜ਼ਿੰਮੇਵਾਰੀ ਹੈ। ਆਪਣੇ ਪਰਿਵਾਰ ਦੇ ਪ੍ਰਤੀ, ਆਪਣੇ ਸਮਾਜ ਦੇ ਪ੍ਰਤੀ, ਦੇਸ਼ ਦੇ ਪ੍ਰਤੀ। ਭਾਵੇਂ ਪਰਿਵਾਰ ਵਿੱਚ ਮਾਤਾ ਪਿਤਾ, ਭੈਣ ਭਰਾ, ਬੀਬੀ ਬੱਚੇ ਹੋਣ, ਹਰੇਕ ਆਦਮੀ ਚਾਹੁੰਦਾ ਹੈ ਕਿ ਮੈਂ ਉਹਨਾਂ ਨੂੰ ਵੱਧ ਤੋਂ ਵੱਧ ਸੁੱਖ ਦਿਆਂ। ਇਹ ਉਸ ਦੀ ਉਹਨਾਂ ਦੇ ਪ੍ਰਤੀ ਜ਼ਿੰਮੇਵਾਰੀ ਹੈ। ਮੰਨ ਲਓ ਕਿ ਉਹ ਮਰ ਜਾਂਦਾ ਹੈ, ਮਰੇਗਾ ਤਾਂ ਜ਼ਰੂਰ, ਫਿਰ ਉਸ ਦੇ ਪਰਿਵਾਰ ਦਾ ਕੀ ਬਣੇਗਾ? ਇਸ ਲਈ ਉਹ ਆਪਣੇ ਜਿਉਂਦੇ ਜੀ ਵੱਧ ਤੋਂ ਵੱਧ ਧਨ ਇਕੱਠਾ ਕਰਦਾ ਹੈ, ਜਾਇਦਾਦ ਬਣਾਉਂਦਾ ਹੈ, ਤਰੱਕੀ ਕਰਦਾ ਹੈ। ਉਹ ਉੱਨਤੀ ਤਾਂ ਹੀ ਕਰ ਸਕਦਾ ਹੈ ਜੇਕਰ ਵੱਧ ਤੋਂ ਵੱਧ ਕਠਿਨ ਮਿਹਨਤ ਕਰੇਗਾ, ਹਿੰਮਤ ਕਰੇਗਾ, ਹੌਸਲਾ ਰੱਖੇਗਾ। ਮਨੁੱਖ ਨੂੰ ਜਿਉਂਦੇ ਰਹਿਣ ਲਈ ਹਰ ਕਦਮ ਤੇ ਪੈਸਾ ਚਾਹੀਦਾ। ਘਰ ਵਿੱਚ ਬੱਚਾ ਜਨਮ ਲੈਂਦਾ, ਪੈਸਾ ਚਾਹੀਦਾ। ਕੋਈ ਵੀ ਛੋਟੇ ਤੋਂ ਛੋਟਾ ਕੰਮ ਕਰੋ, ਉਸ ਲਈ ਵੀ ਪੈਸਾ ਚਾਹੀਦਾ। ਪੈਸੇ ਬਿਨਾਂ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ, ਭਾਵੇਂ ਉਹ ਰਿਸ਼ਤੇਦਾਰ ਹੋਵੇ ਜਾਂ ਯਾਰ ਮਿੱਤਰ। ਪੈਸਾ ਹਰ ਜਗ੍ਹਾ ਪ੍ਰਧਾਨ ਹੈ। ਫਿਰ ਅਜਿਹੀ ਮਹੱਤਵਪੂਰਨ ਵਸਤੂ ਨੂੰ ਤੁਸੀਂ ਨਕਾਰੀ ਅਤੇ ਬੇਅਰਥ ਕਿਵੇਂ ਕਹਿ ਸਕਦੇ ਹੋ? ਜੇਕਰ ਪੈਸੇ ਦੀ ਜ਼ਰੂਰਤ ਨਾ ਹੁੰਦੀ ਤੇ ਇਨਸਾਨ ਨੂੰ ਪੇਟ ਨਾ ਲੱਗਾ ਹੁੰਦਾ ਤਾਂ ਕੋਈ ਵੀ ਕੰਮ ਨਾ ਕਰਦਾ, ਕਿਸੇ ਨੂੰ ਰੋਟੀ ਦੀ ਫਿਕਰ ਨਾ ਹੁੰਦੀ। ਇਸ ਸੰਸਾਰ ਵਿੱਚ ਕੇਵਲ ਉਹੀ ਲੋਕ ਸੁਖੀ ਹਨ ਜੋ ਇਹ ਜਾਣਦੇ ਹਨ ਕਿ ਇੱਥੇ ਧਨ ਦੌਲਤ ਦੀ ਕੋਈ ਕਮੀ ਨਹੀਂ ਹੈ। ਬਸ ਚਾਹੀਦਾ ਹੈ ਉਸ ਨੂੰ ਦੋਹਾਂ ਹੱਥਾਂ ਨਾਲ ਸਮੇਟਣ ਦੀ ਸ਼ਕਤੀ ਰੱਖਣ ਵਾਲਾ। ਸੰਸਾਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਇੱਥੇ ਵਸਤੂਆਂ ਦੇ ਭੰਡਾਰ ਭਰੇ ਹੋਏ ਹਨ। ਕੇਵਲ ਦ੍ਰਿੜ ਵਿਚਾਰਾਂ ਨਾਲ ਹੀ ਇਨਸਾਨ ਦ੍ਰਿੜ ਬਣਦਾ ਹੈ। ਜਿਸ ਤਰ੍ਹਾਂ ਬੰਜਰ ਧਰਤੀ ਸੋਨਾ ਨਹੀਂ ਉਗਾ ਸਕਦੀ, ਉਸੇ ਤਰ੍ਹਾਂ ਤੁੱਛ ਵਿਚਾਰ ਦ੍ਰਿੜ ਨਹੀਂ ਹੋ ਸਕਦੇ ਤੇ ਨਾ ਹੀ ਅਮੀਰ। ਇਹ ਗੱਲ ਪੱਕੀ ਹੈ ਕਿ ਜੋ ਗਰੀਬੀ ਨੂੰ ਠੋਕਰ ਮਾਰ ਕੇ ਭਜਾ ਦਿੰਦੇ ਹਨ, ਉਹੀ ਅਮੀਰ ਬਣਦੇ ਹਨ। ਹਮੇਸ਼ਾ ਦ੍ਰਿੜ ਵਿਚਾਰ ਮਨ ਵਿੱਚ ਰੱਖੋ, ਇਹਨਾਂ ਤੇ ਦ੍ਰਿੜਤਾ ਨਾਲ ਅਮਲ ਕਰੋ ਅਤੇ ਇਹ ਸੋਚੋ ਕਿ ਪਰਮ ਪਿਤਾ ਵਾਹਿਗੁਰੂ ਸਭ ਕੁਝ ਮੇਰੇ ਲਈ ਬਣਾਇਆ ਹੈ। ਇਸ ਦੁਨੀਆ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ। ਇੱਥੇ ਸਭ ਕੁਝ ਮੇਰਾ ਹੀ ਹੈ। ਇਸ ਤਰ੍ਹਾਂ ਦੇ ਵਿਚਾਰਾਂ ਨੂੰ ਪ੍ਰਮੁੱਖਤਾ ਦਿਓ। ਆਪਣੇ ਮਨ ਵਿੱਚ ਉਪਰੋਕਤ ਵਿਚਾਰ ਲਗਾਤਾਰ ਜਗਾਉਂਦੇ ਜਾਓ। ਮਨ ਵਿੱਚ ਉਤਸ਼ਾਹ, ਉਮੰਗ ਰੱਖੋ ਤੇ ਕਿਸੇ ਵੀ ਪਲ ਉਦਾਸ ਨਾ ਹੋਵੋ। ਹਮੇਸ਼ਾ ਆਪਣੇ ਮਨ ਨੂੰ ਪ੍ਰਫੁੱਲਤ ਅਤੇ ਚੇਤਨ ਰੱਖੋ। ਆਪਣੇ ਮਨ ਦੇ ਸਾਰੇ ਵਿਚਾਰਾਂ ਨੂੰ ਇੱਕ ਕੇਂਦਰ ਬਿੰਦੂ ਤੇ ਇਕੱਠੇ ਕਰਕੇ ਇੱਕ ਸ਼ਕਤੀ ਪੈਦਾ ਕਰੋ। ਗਰੀਬੀ ਉਹਨਾਂ ਨੂੰ ਹੀ ਦਬੋਚਦੀ ਹੈ ਜੋ ਉਸ ਤੋਂ ਡਰਦੇ ਹਨ। ਆਪਣੇ ਮਨ ਵਿੱਚ ਇੱਕ ਵਾਰ ਸੰਕਲਪ ਕਰ ਲਓ, ਮੈਂ ਕਠਿਨ ਮਿਹਨਤ ਨਾਲ ਇਸ ਗਰੀਬੀ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ। ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਉਹ ਆਪ ਹੀ ਦੂਰ ਨੱਸਦੀ ਨਜ਼ਰ ਆਵੇਗੀ। ਉਹ ਤੁਹਾਡੇ ਸੰਕਲਪ ਤੋਂ ਹੀ ਡਰ ਜਾਵੇਗੀ। ਪਰ ਜੇਕਰ ਤੁਸੀਂ ਉਸ ਤੋਂ ਡਰ ਗਏ ਤਾਂ ਉਹ ਤੁਹਾਨੂੰ ਹੋਰ ਡਰਾਵੇਗੀ। ਜਿਸ ਤਰ੍ਹਾਂ ਮਹਾਨ ਧਨੁੱਖਧਾਰੀ ਅਰਜੁਨ ਨੂੰ ਸਿਰਫ ਚਿੜੀ ਦੀ ਅੱਖ ਹੀ ਨਜ਼ਰ ਆਉਂਦੀ ਸੀ, ਉਸੇ ਤਰ੍ਹਾਂ ਆਪਣਾ ਧਿਆਨ ਸਿਰਫ ਆਪਣੇ ਉਦੇਸ਼ ਤੇ ਹੀ ਰੱਖੋ। ਜਦੋਂ ਤੱਕ ਆਪਣੇ ਟੀਚੇ ਪ੍ਰਤੀ ਸਮਰਪਿਤ ਨਾ ਹੋਵੋਗੇ, ਉਦੋਂ ਤੱਕ ਕਿਵੇਂ ਤੁਸੀਂ ਕੋਈ ਕੰਮ ਕਰ ਸਕਦੇ ਹੋ? ਜਦੋਂ ਵੀ ਇਨਸਾਨ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਨਾ ਚਾਹੁੰਦਾ ਹੈ, ਉਸ ਲਈ ਉਸ ਨੂੰ ਕਠਿਨ ਮਿਹਨਤ ਕਰਨੀ ਪੈਂਦੀ ਹੈ। ਬਿਨਾਂ ਕੰਮ ਦੇ ਹਾਲਾਤ ਕਦੇ ਨਹੀਂ ਬਦਲਦੇ। ਜੇਕਰ ਤੁਸੀਂ ਸਿਰਫ 8 ਘੰਟੇ ਹੀ ਕੰਮ ਕਰਦੇ ਹੋ ਤਾਂ ਉਸ ਦਾ ਸਮਾਂ ਵਧਾ ਦਿਓ। 8 ਦੀ ਜਗ੍ਹਾ ਤੇ 12 ਘੰਟੇ ਕੰਮ ਕਰੋ, ਤਾਂ ਹੀ ਤਬਦੀਲੀ ਆ ਸਕਦੀ। ਆਪਣੇ ਵਿਚਾਰਾਂ ਨੂੰ ਦ੍ਰਿੜ ਬਣਾ ਕੇ ਉਸ ਤੇ ਅਮਲ ਕਰੋ।
ਤੁਸੀਂ ਆਪਣੀ ਉਸ ਸਥਿਤੀ ਤੇ ਗੰਭੀਰਤਾਪੂਰਵਕ ਵਿਚਾਰ ਕਰੋ ਜਿਸ ਵਿੱਚ ਤੁਸੀਂ ਹੁਣ ਹੋ। ਇਹ ਨਿਸ਼ਚਾ ਕਰੋ ਕਿ ਕੀ ਕਰਨ ਨਾਲ ਤੇ ਕੀ ਨਾ ਕਰਨ ਨਾਲ ਤੁਸੀਂ ਕੀ ਪਰਿਵਰਤਨ ਕਰ ਸਕਦੇ ਹੋ। ਹਮੇਸ਼ਾ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕੋਈ ਵੀ ਪਰਿਵਰਤਨ ਜਾਂ ਸੁਧਾਰ ਇੱਕੋ ਵਾਰ ਨਹੀਂ ਹੋ ਸਕਦਾ। ਅਚਾਨਕ ਚੁੱਕਿਆ ਕਦਮ ਤੁਹਾਡੇ ਲਈ ਹਾਨੀਕਾਰਕ ਵੀ ਹੋ ਸਕਦਾ। ਇਸ ਤਰ੍ਹਾਂ ਦੀ ਕੋਈ ਵੀ ਛਲਾਂਗ ਲਗਾਉਣ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਵਿੱਚੇ ਹੀ ਡਿੱਗ ਜਾਓ। ਬਹੁਤ ਸੀਮਤ ਦਾਇਰੇ ਵਿੱਚ ਆਪਣਾ ਪਰਿਵਰਤਨ ਸ਼ੁਰੂ ਕਰੋ। ਅਚਾਨਕ ਕੋਈ ਵੱਡਾ ਪਰਿਵਰਤਨ ਕਰਨਾ ਘਾਤਕ ਵੀ ਹੋ ਸਕਦਾ ਹੈ। ਉਦਾਹਰਨ ਲਈ, ਇੱਕ ਪਤੀ ਪਤਨੀ, ਇੱਕ ਬੱਚੇ ਦਾ ਪਰਿਵਾਰ ਜੋ ਬੜੇ ਸੁੱਖ ਆਰਾਮ ਨਾਲ ਰਹਿ ਰਿਹਾ ਹੈ। ਪਤੀ 1500 ਰੁਪਏ ਮਹੀਨਾ ਕਮਾਉਂਦਾ, 200 ਰੁਪਏ ਮਕਾਨ ਦਾ ਕਿਰਾਇਆ ਦਿੰਦਾ, ਘਰ ਵਿੱਚ ਟੀਵੀ, ਫਰਿੱਜ, ਸੋਫਾ, ਆਧੁਨਿਕ ਸਾਰੀਆਂ ਸੁੱਖ ਸੁਵਿਧਾਵਾਂ ਹਨ। ਕਿਵੇਂ ਪਤੀ ਪਤਨੀ ਦੋਵੇਂ ਸੰਕੋਚ ਕੇ ਖਰਚ ਕਰਦੇ ਨੇ। ਹਰ ਮਹੀਨੇ ਕੁਝ ਨਾ ਕੁਝ ਬਚਾ ਲੈਂਦੇ ਹਨ। ਇੱਕ ਇੱਕ ਕਰਕੇ ਕਿਸ਼ਤਾਂ ਤੇ ਵਾਰੋ-ਵਾਰੀ ਚੀਜ਼ਾਂ ਲਈਆਂ ਹਨ। ਪਤੀ ਡਿਊਟੀ ਤੋਂ ਬਾਅਦ 2 ਟਿਊਸ਼ਨਾਂ ਪੜ੍ਹਾਉਂਦਾ ਹੈ ਤੇ ਪਤਨੀ ਘਰ ਵਿੱਚ ਕੱਪੜੇ ਸਿਉਂ ਲੈਂਦੀ ਹੈ ਜਾਂ ਸਵੈਟਰ ਬੁਣਦੀ ਹੈ, ਜਿਸ ਨਾਲ 4 ਪੈਸਿਆਂ ਦੀ ਆਮਦਨ ਹੋਰ ਹੋ ਜਾਂਦੀ ਹੈ। ਉਹ ਵਿਆਹ ਹੋਣ ਸਮੇਂ ਇੰਨੇ ਸੰਪੰਨ ਨਹੀਂ ਸਨ, ਪਰ ਇੱਕ ਗਿਣੀ ਮਿਥੀ ਪਲਾਨ ਅਨੁਸਾਰ ਦੋਵਾਂ ਨੇ ਇੱਕ ਦੂਜੇ ਨੂੰ ਸਹਿਯੋਗ ਦਿੱਤਾ ਤੇ ਹੌਲੀ-ਹੌਲੀ ਕਿੱਥੋਂ ਤੋਂ ਕਿੱਥੇ ਪਹੁੰਚ ਗਏ। ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਹੈ। ਛੋਟੀਆਂ-ਛੋਟੀਆਂ ਰਕਮਾਂ ਵੱਡੀਆਂ ਬਣ ਕੇ ਚਮਤਕਾਰ ਵਿਖਾਉਂਦੀਆਂ ਹਨ। ਰੋਜ਼ 2-4 ਰੁਪਏ ਜਮ੍ਹਾਂ ਕਰਨ ਨਾਲ ਸਾਲ ਵਿੱਚ ਕਈ ਜਮ੍ਹਾਂ ਹੋ ਜਾਂਦੇ ਹਨ। ਛੋਟੀ ਰਕਮ ਨੂੰ ਵੱਡੀ ਬਣਨ ਵਿੱਚ ਸਮਾਂ ਨਹੀਂ ਲੱਗਦਾ। ਇਸ ਤਰ੍ਹਾਂ ਹੌਲੀ-ਹੌਲੀ ਤਰੱਕੀ ਕਰਨਾ ਉਚਿਤ ਹੈ। ਇਹ ਕੰਮ ਦ੍ਰਿੜ ਨਿਸ਼ਚੇ ਤੋਂ ਬਿਨਾਂ ਨਹੀਂ ਹੋ ਸਕਦਾ। ਜੇਕਰ ਨਿਸ਼ਚਾ ਦ੍ਰਿੜ ਨਾ ਹੋਵੇ ਤਾਂ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਜੇਕਰ ਤੁਹਾਡੇ ਸਾਹਮਣੇ ਤੁਹਾਡਾ ਆਦਰਸ਼ ਸਪਸ਼ਟ ਰੂਪ ਵਿੱਚ ਹੈ ਤਾਂ ਹਰ ਸਮੇਂ ਤੁਹਾਡੇ ਮਨ ਵਿੱਚ ਆਪਣਾ ਆਦਰਸ਼ ਪ੍ਰਾਪਤ ਕਰਨ ਦੀ ਕਾਮਨਾ ਰਹਿੰਦੀ ਹੈ ਅਤੇ ਨਿਰੰਤਰ ਕੰਮ ਕਰਨ ਲਈ ਜੀ ਕਰਦਾ ਰਹਿੰਦਾ ਹੈ। ਇਹੀ ਉਤਸ਼ਾਹ ਕੰਮ ਕਰਨ ਦੀ ਕੁਸ਼ਲਤਾ ਨੂੰ ਵਧਾਉਂਦਾ ਹੈ ਤੇ ਇੱਕ ਦਿਨ ਤੁਹਾਡਾ ਉਦੇਸ਼ ਪੂਰਾ ਹੋ ਕੇ ਹੀ ਰਹੇਗਾ। ਦਿਨ ਪ੍ਰਤੀ ਦਿਨ ਮਿਹਨਤ ਕਰਨ ਨਾਲ ਤੁਹਾਡਾ ਟੀਚਾ ਤੁਹਾਡੇ ਕੋਲ ਆਉਣ ਲੱਗੇਗਾ। ਤੁਸੀਂ ਚੁਕੰਨੇ ਅਤੇ ਹੋਰ ਜਾਗਰਤ ਹੋਵੋਗੇ ਅਤੇ ਆਪਣਾ ਕੰਮ ਸੰਵਾਰਨ ਵਿੱਚ ਕੋਈ ਕਸਰ ਨਹੀਂ ਛੱਡੋਗੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਤਰ੍ਹਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਧਨ, ਲਗਨ ਅਤੇ ਮਿਹਨਤ ਦੀ ਰੌਸ਼ਨੀ ਹੈ। ਜੀਵਨ ਵਿੱਚ ਧਨ ਦੀ ਕਮੀ ਵਿਅਕਤੀ ਨੂੰ ਦੂਸਰੇ ਦਾ ਗੁਲਾਮ ਬਣਾ ਦਿੰਦੀ ਹੈ। ਅਸੀਂ ਦੂਜਿਆਂ ਤੋਂ ਆਸ ਕਰਨ ਲੱਗਦੇ ਹਾਂ ਕਿ ਸ਼ਾਇਦ ਦੂਜੇ ਸਾਨੂੰ ਅਮੀਰ ਬਣਾ ਦੇਣ, ਪਰ ਦੂਜਾ ਤਾਂ ਸਾਡੇ ਧਨ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਆਪਣੇ ਆਪ ਨੂੰ ਸ਼ਕਤੀਸ਼ਾਲੀ ਅਤੇ ਬੁੱਧੀਮਾਨ ਬਣਾਓ। ਆਪਣੇ ਆਪ ਨੂੰ ਇਸ ਯੋਗ ਬਣਾਓ ਕਿ ਦੂਜੇ ਦਾ ਧਨ, ਮਾਣ ਅਤੇ ਸ਼ਕਤੀ ਤੁਹਾਡੀ ਝੋਲੀ ਵਿੱਚ ਆ ਜਾਵੇ। ਜੇਕਰ ਸਾਨੂੰ ਇੱਕ ਵਾਰ ਇਸ ਗੱਲ ਦਾ ਗਿਆਨ ਹੋਵੇ ਕਿ ਅਸੀਂ ਧਨ ਪੈਦਾ ਕਰਨ ਵਿੱਚ ਹਰ ਪਾਸਿਓਂ ਸੰਪੰਨ ਹਾਂ ਤਾਂ ਸੁੱਖ ਸੰਪਦਾ ਦੇ ਝਰਨੇ ਫੁੱਟਣ ਲੱਗਣਗੇ। ਉਦੋਂ ਅਸੀਂ ਕੋਈ ਕਾਰੋਬਾਰ ਖੋਲ੍ਹ ਸਕਦੇ ਹਾਂ। ਬਿਨਾਂ ਕਿਸੇ ਦੀ ਨੌਕਰੀ ਕੀਤੇ ਤੇ ਬਿਨਾਂ ਕਿਸੇ ਨੂੰ ਨੌਕਰ ਬਣਾਏ ਪੈਸਿਆਂ ਦਾ ਢੇਰ ਲਗਾ ਸਕਦੇ ਹਾਂ। ਇਸ ਲਈ ਕਿਹਾ ਗਿਆ ਹੈ ਕਿ ਧਨ, ਲਗਨ ਅਤੇ ਮਿਹਨਤ ਨਾਲ ਆਉਂਦਾ ਹੈ, ਰੌਸ਼ਨੀ ਫੈਲਾਉਂਦਾ ਹੈ। ਕੋਈ ਵੀ ਆਦਮੀ ਇਹ ਨਹੀਂ ਚਾਹੁੰਦਾ ਕਿ ਉਹ ਵੱਖ-ਵੱਖ ਪ੍ਰਕਾਰ ਦੀ ਸੁੱਖ ਸੁਵਿਧਾ ਪੈਦਾ ਕਰੇ ਤੇ ਦੂਜੇ ਉਸ ਦਾ ਲਾਭ ਉਠਾਉਣ। ਧਨ ਕਮਾਉਣ ਲਈ ਉਸ ਨੂੰ ਸੱਚੇ ਦਿਲ ਨਾਲ ਯਤਨ ਕਰਨਾ ਪਵੇਗਾ। ਜਿਸ ਆਦਮੀ ਦੇ ਮਨ ਵਿੱਚ ਡਰ ਅਤੇ ਸ਼ੰਕਾ ਬੈਠਾ ਰਹੇਗਾ, ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਡਰ ਅਤੇ ਸੰਦੇਹ ਨੂੰ ਉਸ ਨੂੰ ਤਿਆਗਣਾ ਪਵੇਗਾ। ਆਦਮੀ ਆਪਣੇ ਵਿਚਾਰਾਂ ਦੇ ਅਨੁਸਾਰ ਹੀ ਕੰਮ ਕਰਦਾ ਹੈ ਅਤੇ ਉਹਨਾਂ ਦੇ ਅਨੁਸਾਰ ਹੀ ਤਰੱਕੀ ਦੇ ਮੌਕੇ ਪਾਉਂਦਾ। ਜੇਕਰ ਵਿਚਾਰ ਛੋਟੇ ਹੋਣਗੇ ਤਾਂ ਉਹ ਤਰੱਕੀ ਦੇ ਰਾਹ ਤੇ ਨਹੀਂ ਚੱਲ ਸਕੇਗਾ। ਵਿਚਾਰਾਂ ਦੀ ਸ਼ਕਤੀ ਦੇ ਕਾਰਨ ਹੀ ਆਦਮੀ ਖਤਰਾ ਮੁੱਲ ਲੈਂਦਾ। ਜਦੋਂ ਅਸੀਂ ਇਹ ਠਾਣ ਲੈਂਦੇ ਹਾਂ ਕਿ ਇਹ ਕੰਮ ਅਸੀਂ ਕਰਨਾ ਹੀ ਕਰਨਾ ਹੈ ਤਾਂ ਕੋਈ ਵੀ ਅਜਿਹੀ ਸ਼ਕਤੀ ਨਹੀਂ ਜੋ ਸਾਨੂੰ ਅਜਿਹਾ ਕਰਨ ਤੋਂ ਰੋਕ ਸਕੇ। ਇਸ ਇਰਾਦੇ ਦੀ ਪਰਪੱਕਤਾ ਅਤੇ ਉਸ ਲਈ ਕੰਮ ਦੀ ਸਪੀਡ ਵੀ ਉਸੇ ਹਿਸਾਬ ਨਾਲ ਰੱਖਣੀ ਮਨੁੱਖ ਨੂੰ ਟੀਚੇ ਤੇ ਪਹੁੰਚਣ ਲਈ ਪ੍ਰੇਰਦੀ ਹੈ। ਮਨੁੱਖ ਲਈ ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ। ਆਤਮ ਵਿਸ਼ਵਾਸ ਦੇ ਬਲ ਤੇ ਉਹ ਵੱਡੇ ਤੋਂ ਵੱਡਾ ਕੰਮ ਕਰ ਸਕਦਾ ਅਤੇ ਮਨੁੱਖ ਵਿੱਚ ਇਹ ਭਾਵਨਾ ਆ ਜਾਂਦੀ ਹੈ ਕਿ ਉਹ ਇਹ ਕੰਮ ਕਰਕੇ ਹੀ ਦਮ ਲਵੇਗਾ। ਹਾਂ, ਉਸ ਆਦਮੀ ਦੇ ਆਤਮ ਵਿਸ਼ਵਾਸ ਵਿੱਚ ਪਰਮਾਤਮਾ ਵੀ ਸਹਾਇਕ ਹੁੰਦਾ ਹੈ। ਜੋ ਮਨੁੱਖ ਧਨ ਦੌਲਤ ਪੈਦਾ ਕਰਦਾ ਹੈ, ਉਸ ਦਾ ਉਪਭੋਗ ਕਰਨ ਦਾ ਵੀ ਉਸ ਦਾ ਪੂਰਾ ਅਧਿਕਾਰ ਹੈ। ਸਭ ਤੋਂ ਪਹਿਲਾਂ ਉਸ ਨੂੰ ਚਾਹੀਦਾ ਕਿ ਉਹ ਆਪਣੇ ਮਨ ਵਿੱਚੋਂ ਸ਼ੱਕ ਦੀ ਦਲਦਲ, ਭੈ ਅਤੇ ਚਿੰਤਾ ਦੀ ਡਰਾਉਣੀ ਤਸਵੀਰ ਅਤੇ ਪਿਛੜਨ ਦਾ ਵਿਚਾਰ ਬਿਲਕੁਲ ਕੱਢ ਦੇਵੇ।
ਕਿਉਂਕਿ ਜਦੋਂ ਤੱਕ ਉਹ ਇਹਨਾਂ ਨੂੰ ਮਨ ਵਿੱਚੋਂ ਨਹੀਂ ਕੱਢੇਗਾ, ਧਨ ਪ੍ਰਾਪਤ ਨਹੀਂ ਹੋ ਸਕਦਾ। ਵਿਦਵਾਨ ਤੋਂ ਵਿਦਵਾਨ, ਲਾਇਕ ਤੋਂ ਲਾਇਕ ਆਦਮੀ ਵੀ ਜੇਕਰ ਭੈਗ੍ਰਸਤ ਰਹੇਗਾ ਤਾਂ ਉਹ ਸਭ ਕੁਝ ਗਵਾ ਦਿੰਦਾ ਹੈ। ਸੰਸਾਰ ਵੀ ਉਸੇ ਆਦਮੀ ਦਾ ਸਾਥ ਦਿੰਦਾ ਹੈ ਜੋ ਕਮਰ ਕੱਸਾ ਕਰਕੇ ਚਿੱਕੜ ਵਿੱਚ ਕੁੱਦ ਪਵੇਗਾ। ਸਾਡੇ ਦੇਸ਼ ਵਿੱਚ ਧਨ ਦੀ ਦੇਵੀ ਨੂੰ ਲక్ష్ਮੀ ਮੰਨਿਆ ਗਿਆ ਹੈ। ਲక్ష్ਮੀ ਦਾ ਅਰਥ ਹੈ ਸ਼ਕਤੀ, ਧਨ ਦੇਣ ਵਾਲੀ, ਰੱਖਿਆ ਕਰਨ ਅਤੇ ਪਿਆਰ ਵੰਡਣ ਵਾਲੀ। ਕੀ ਅਸੀਂ ਧਨ ਦੇ ਬਿਨਾਂ ਕੁਝ ਲੈ ਸਕਦੇ ਹਾਂ? ਦੁਨੀਆ ਦੀ ਛੋਟੀ ਤੋਂ ਛੋਟੀ ਵਸਤੂ ਅਤੇ ਵੱਡੀ ਤੋਂ ਵੱਡੀ ਲਈ ਪੈਸਾ ਚਾਹੀਦਾ। ਇਸ ਲਈ ਸਾਡੇ ਦੇਸ਼ ਵਿੱਚ ਬਣਾਇਆ ਗਿਆ ਵਿਧਾਨ ਇਹ ਦੱਸਦਾ ਹੈ ਕਿ ਲక్ష్ਮੀ ਦੇ ਸਰੋਤਾਂ ਨੂੰ ਖੋਜ ਕੇ ਉਸ ਨੂੰ ਪ੍ਰਾਪਤ ਕਰੋ ਤਾਂ ਕਿ ਸੁਖ ਪੂਰਵਕ ਜੀਵਨ ਬਿਤਾ ਸਕੋ। ਆਪਣੇ ਆਪ ਨੂੰ ਹੀਣ ਅਤੇ ਤੁੱਛ ਸਮਝਣਾ ਆਤਮ ਹੱਤਿਆ ਦੇ ਬਰਾਬਰ ਹੈ। ਕੋਈ ਵੀ ਕੰਮ ਤਾਂ ਹੀ ਆਰੰਭ ਕੀਤਾ ਜਾ ਸਕਦਾ ਜਦੋਂ ਕਰਨ ਵਾਲਾ ਇਸ ਵਿਸ਼ਵਾਸ ਵਿੱਚ ਹੋਵੇ ਕਿ ਉਹ ਕੰਮ ਨੂੰ ਪੂਰਾ ਕਰ ਸਕਦਾ। ਕੋਈ ਵੀ ਆਦਮੀ ਆਪਣੇ ਤੇ ਪੂਰਾ ਭਰੋਸਾ ਕੀਤੇ ਬਿਨਾਂ ਅਗਾਂਹ ਨਹੀਂ ਵਧ ਸਕਦਾ। ਯੋਗਤਾ ਦੇ ਬਿਨਾਂ ਸਾਰੇ ਆਦਰਸ਼ ਥੋਥੇ ਹਨ। ਕਈ ਲੋਕ ਇਸ ਸ਼ੱਕ ਵਿੱਚ ਹੁੰਦੇ ਹਨ ਕਿ ਇੰਨੇ ਯੋਗ ਨਹੀਂ ਜਿੰਨੇ ਲੋਕ ਸਮਝਦੇ ਹਨ, ਪਰ ਕਦੇ ਵੀ ਅਜਿਹੀਆਂ ਸ਼ੰਕਾਵਾਂ ਵਿੱਚ ਨਾ ਪਵੋ। ਯੋਗਤਾਵਾਂ ਬਣਾਉਣ ਨਾਲ ਬਣਦੀਆਂ ਹਨ। ਸਾਡਾ ਜੀਵਨ ਇੱਕ ਨਹਿਰ ਵਾਂਗ ਹੈ। ਜਿਸ ਤਰ੍ਹਾਂ ਜੇਕਰ ਨਹਿਰ ਨਦੀ ਨਾਲੋਂ ਟੁੱਟ ਜਾਵੇਗੀ ਉਹ ਸੁੱਕ ਜਾਵੇਗੀ, ਇਸੇ ਤਰ੍ਹਾਂ ਜੇਕਰ ਮਨੁੱਖੀ ਜੀਵਨ ਦਾ ਸੰਬੰਧ ਮਿਹਨਤ ਰੂਪੀ ਨਹਿਰ ਨਾਲੋਂ ਟੁੱਟ ਜਾਵੇਗਾ ਤਾਂ ਜੀਵਨ ਰੂਪੀ ਨਦੀ ਸੁੱਕ ਜਾਵੇਗੀ। ਇਸ ਲਈ ਆਪਣੀ ਮਿਹਨਤ ਅਤੇ ਲਗਨ ਸਦਕਾ ਕੋਈ ਵੀ ਸੁੱਖ ਸੁਵਿਧਾ ਦਾ ਮਾਲਕ ਬਣ ਸਕਦਾ ਹੈ। ਚੰਗੇ ਕਰਮ ਕਰੋ। ਪਰਮਾਤਮਾ ਨੇ ਕਿਸੇ ਨੂੰ ਵੀ ਵੱਡਾ ਛੋਟਾ ਨਹੀਂ ਬਣਾਇਆ। ਉਸ ਨੇ ਸਭ ਨੂੰ ਇੱਕੋ ਸਮਾਨ ਅੰਗ, ਰੰਗ, ਜਨਮ, ਕਰਮ ਦੇਣ ਲੱਗਿਆਂ ਭਿੰਨ ਭੇਦ ਨਹੀਂ ਕੀਤਾ। ਇਹ ਮਨੁੱਖ ਹੀ ਹੈ ਜੋ ਚਾਹੁੰਦਾ ਹੈ ਕਿ ਮੈਂ ਤਾਂ ਰੱਜ ਕੇ ਖਾਵਾਂ ਪਰ ਦੂਸਰਾ ਇਸ ਨੂੰ ਪ੍ਰਾਪਤ ਨਾ ਕਰ ਸਕੇ। ਪਰ ਇਹ ਕੁਦਰਤ ਦਾ ਨਿਯਮ ਹੈ, ਜੈਸੀ ਜੈਸੀ ਭਾਵਨਾ ਤੈਸਾ ਹੀ ਫਲ ਦੇ। ਜੋ ਜਿੰਨੀ ਮਿਹਨਤ ਕਰੇਗਾ ਉਸ ਨੂੰ ਓਨਾ ਹੀ ਫਲ ਪ੍ਰਾਪਤ ਹੋਏਗਾ। ਜੇਕਰ ਸਾਹਮਣੇ ਰੋਟੀ ਦਾ ਭਰਿਆ ਥਾਲ ਰੱਖਿਆ ਹੈ ਫਿਰ ਉਸ ਨੂੰ ਖਾਣ ਲਈ ਹੱਥਾਂ ਵਿੱਚ ਹਿੰਮਤ ਲਿਆ ਕੇ ਚੁੱਕਣਾ ਪਵੇਗਾ ਅਤੇ ਫਿਰ ਮੂੰਹ ਵਿੱਚ ਪਾਉਣਾ ਪਵੇਗਾ। ਪਰ ਜੇਕਰ ਕੋਈ ਇਹ ਕਹੇ ਕਿ ਕਿਸਮਤ ਵਿੱਚ ਹੋਏਗੀ ਤਾਂ ਆਪੇ ਮਿਲ ਜਾਵੇਗੀ, ਕੀ ਥਾਲ ਆਪੇ ਉੱਠ ਕੇ ਰੋਟੀ ਤੁਹਾਡੇ ਮੂੰਹ ਵਿੱਚ ਪਾ ਦੇਵੇਗਾ? ਨਹੀਂ। ਕਰਮ ਕੀਤੇ ਤੋਂ ਬਿਨਾਂ ਫਲ ਦੀ ਆਸ ਰੱਖਣਾ ਹੀ ਬੇਕਾਰ ਹੈ। ਕੰਮ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ, ਉਸ ਨੂੰ ਕਰਨ ਲਈ ਮਨ ਵਿੱਚ ਅਥਾਹ ਸ਼ਕਤੀ ਹੋਣੀ ਚਾਹੀਦੀ। ਕੁਝ ਲੋਕਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਦੁਨੀਆ ਵਿੱਚ ਸੁੱਖ ਭੋਗਣ ਲਈ ਸਿਰਫ ਉਹਨਾਂ ਨੇ ਹੀ ਜਨਮ ਲਿਆ ਹੈ, ਬਾਕੀ ਦੇ ਲੋਕ ਉਹਨਾਂ ਦੀ ਦਇਆ ਭਾਵਨਾ ਤੇ ਜੀਵਤ ਰਹਿਣ ਜੋਗੇ ਹਨ। ਦੁਨੀਆ ਵਿੱਚ ਧਨ ਦੌਲਤ ਦੀ ਘਾਟ ਹੈ ਜਿਸ ਨੂੰ ਸਾਰੇ ਲੋਕ ਇੱਕੋ ਵਾਰ ਪ੍ਰਾਪਤ ਨਹੀਂ ਕਰ ਸਕਦੇ। ਪਰ ਇਹ ਵਿਚਾਰ ਬਿਲਕੁਲ ਗਲਤ ਅਤੇ ਨਿਰਆਧਾਰ ਹੈ, ਕਿਉਂਕਿ ਉਹ ਮਨੁੱਖ ਜੋ ਸਖਤ ਮਿਹਨਤ ਕਰਦਾ ਹੈ ਫਲ ਦਾ ਹੱਕਦਾਰ ਜ਼ਰੂਰ ਬਣੇਗਾ। ਜਿੰਨਾ ਗੁੜ ਪਾਵੋਗੇ ਮਿੱਠਾ ਓਨਾ ਹੀ ਹੋਵੇਗਾ। ਭਾਵ ਧਨ ਦੌਲਤ ਤੁਹਾਡੀ ਮਿਹਨਤ ਅਨੁਸਾਰ ਹੀ ਮਿਲੇਗੀ। ਜੇਕਰ ਸਾਰਾ ਦਿਨ ਹੱਥ ਤੇ ਹੱਥ ਰੱਖ ਕੇ ਬੈਠੇ ਰਹੋ ਤੇ ਕਹੋ ਕਿ ਸੋਨੇ ਦੇ ਬਿਸਕਟ ਅਸਮਾਨ ਤੋਂ ਟਪਕ ਪੈਣ ਤਾਂ ਇਹ ਗੱਲ ਨਾਮੁਮਕਿਨ ਹੈ। ਬਹੁਤ ਘੱਟ ਲੋਕ ਅਜਿਹੇ ਹਨ ਜੋ ਰਾਤੋਂ ਰਾਤ ਅਮੀਰ ਬਣ ਜਾਂਦੇ ਹਨ। ਪਰਮਾਤਮਾ ਨੇ ਤਾਂ ਹਰ ਪ੍ਰਕਾਰ ਦੇ ਧਨ ਪਦਾਰਥ ਧਰਤੀ ਤੇ ਭਰਪੂਰ ਮਾਤਰਾ ਵਿੱਚ ਦਿੱਤੇ ਹਨ। ਮਨੁੱਖ ਆਪਣੀ ਸੁਸਤੀ ਕਾਰਨ ਤੰਗੀ, ਕਸ਼ਟ, ਗਰੀਬੀ ਝੱਲਦਾ ਆ ਰਿਹਾ। ਜੇਕਰ ਹਿੰਮਤ ਕਰਕੇ ਉਹ ਉਹਨਾਂ ਨੂੰ ਲੈਣ ਦਾ ਯਤਨ ਨਹੀਂ ਕਰੇਗਾ ਤਾਂ ਉਹਨੂੰ ਮਿਲਣਗੇ ਕਿੱਥੋਂ? ਦ੍ਰਿੜ ਸੰਕਲਪ ਹੀ ਕਲਪ ਬ੍ਰਿਸ਼। ਦ੍ਰਿੜ ਸੰਕਲਪ ਸਾਡੇ ਮਨ ਦੇ ਅੰਦਰ ਹੁੰਦਾ, ਬਸ ਮਨ ਦੀਆਂ ਤਾਰਾਂ ਨੂੰ ਛੇੜਨ ਦੀ ਲੋੜ ਹੈ। ਇਸੇ ਨੂੰ ਕੰਮ ਕਰਨ ਦੀ ਪ੍ਰਤਿਗਿਆ ਜਾਂ ਸੰਕਲਪ ਕਹਿੰਦੇ ਹਨ। ਕਿਸੇ ਕੰਮ ਨੂੰ ਪੂਰਾ ਕਰਨ ਦਾ ਸੰਕਲਪ ਕਰੋ ਤੇ ਉਹ ਪੂਰਾ ਨਾ ਹੋਵੇ, ਇਹ ਅਸੰਭਵ ਹੈ। ਸਾਡੀ ਪ੍ਰਤਿਗਿਆ ਜਾਂ ਸੰਕਲਪ ਰੌਸ਼ਨੀ ਦੀ ਕਿਰਨ ਹੈ। ਇਸ ਕਿਰਨ ਨੂੰ ਦ੍ਰਿੜਤਾਪੂਰਨ ਅਟੁੱਟ ਵਿਸ਼ਵਾਸ ਅਤੇ ਨਿਰੰਤਰਤਾ ਦੀ ਗਤੀ ਤੇ ਬਿਠਾ ਕੇ ਅੱਗੇ ਵਧੋ। ਸਫਲਤਾ ਜ਼ਰੂਰ ਮਿਲੇਗੀ। ਮਿਹਨਤ ਨਾਲ ਇੱਛਾਵਾਂ ਨੂੰ ਸ਼ਕਤੀ ਮਿਲਦੀ ਹੈ, ਜਦੋਂ ਕਿ ਕੁਝ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਇੱਛਾਵਾਂ ਦਾ ਜਾਲ ਸਾਡੇ ਮਨ ਵਿੱਚ ਵਿਛਿਆ ਹੋਇਆ ਹੈ, ਇਸ ਲਈ ਉਹ ਉਸ ਜਾਲ ਵਿੱਚ ਇੱਛਾਵਾਂ ਨੂੰ ਪਕੜ ਲਓ ਅਤੇ ਅਣਥੱਕ ਮਿਹਨਤ ਕਰਦੇ ਹੋਏ ਅੱਗੇ ਵਧੋ। ਜਿਨ੍ਹਾਂ ਲੋਕਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹਨਾਂ ਨੂੰ ਸਫਲਤਾ ਜ਼ਰੂਰ ਮਿਲੇਗੀ, ਉਹ ਜ਼ਰੂਰ ਸਫਲ ਹੁੰਦੇ ਹਨ। ਜੋ ਆਦਮੀ ਇਹ ਪ੍ਰਤਿਗਿਆ ਕਰਦੇ ਹਨ ਕਿ ਅੱਜ ਇਸ ਕੰਮ ਨੂੰ ਜ਼ਰੂਰ ਪੂਰਾ ਕਰ ਲੈਣਗੇ, ਉਹ ਜ਼ਰੂਰ ਹੀ ਪੂਰਾ ਕਰ ਲੈਂਦੇ ਹਨ। ਜੋ ਕੰਮ ਨਿਸ਼ਚਾ ਕਰਕੇ ਸ਼ੁਰੂ ਕੀਤਾ ਜਾਂਦਾ ਹੈ ਉਸ ਦੇ ਅੰਤ ਦੀ ਡੋਰ ਦੂਰ ਤੋਂ ਹੀ ਦਿਖਾਈ ਦਿੰਦੀ ਹੈ। ਉਸ ਸਥਿਤੀ ਵਿੱਚ ਸ਼ੰਕੇ ਅਤੇ ਡਰ ਆਪ ਦੂਰ ਚਲੇ ਜਾਂਦੇ ਹਨ।
ਇਸ ਤੋਂ ਉਲਟ ਜੇਕਰ ਮਨੁੱਖ ਥੱਕ ਹਾਰ ਕੇ ਬੈਠ ਜਾਵੇਗਾ ਜਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਵੇਗਾ ਕਿ ਕੰਮ ਪੂਰਾ ਹੋ ਸਕਦਾ, ਤਾਂ ਉਸ ਨੂੰ ਸਫਲਤਾ ਕਿਵੇਂ ਮਿਲੇਗੀ? ਪ੍ਰਤਿਗਿਆ ਅਤੇ ਵਿਸ਼ਵਾਸ ਨਾਲ ਤਾਂ ਮਨੁੱਖ ਨਦੀਆਂ ਦਾ ਰੁੱਖ ਮੋੜ ਦਿੰਦਾ ਹੈ। ਸਾਡੀ ਆਤਮਾ, ਸਾਡੇ ਆਪਣੇ ਹੀ ਵਿਚਾਰ ਇੱਕ ਪ੍ਰਕਾਰ ਦਾ ਕਲਪ ਬ੍ਰਿਸ਼ ਹੈ, ਜਿਸ ਦੇ ਹੇਠਾਂ ਆ ਕੇ ਬੈਠਣ ਨਾਲ ਮੰਗੀ ਜਾਣ ਵਾਲੀ ਹਰ ਉਹ ਚੀਜ਼ ਮਿਲ ਜਾਂਦੀ ਹੈ ਜਿਸ ਦੀ ਕਾਮਨਾ ਕਰੋ। ਕਲਪ ਬ੍ਰਿਸ਼ ਕੋਈ ਦਰਖਤ ਨਹੀਂ, ਸਗੋਂ ਸਾਡੀ ਆਤਮਾ, ਸਾਡੇ ਆਪਣੇ ਹੀ ਵਿਚਾਰ ਕਲਪ ਬ੍ਰਿਸ਼ ਹਨ। ਇਸ ਧਰਤੀ ਤੇ ਅਰਬਾਂ ਸਾਲ ਬੀਤਣ ਮਗਰੋਂ ਵੀ ਸਭ ਕੁਝ ਮਿਲੇਗਾ। ਇਸ ਧਰਤੀ ਤੇ ਹਰੇਕ ਚੀਜ਼ ਦਾ ਵਿਕਲਪ ਹੈ। ਮਨੁੱਖ ਲਈ ਮੁੱਖ ਪਦਾਰਥ ਭੋਜਨ ਹੈ। ਅੰਨ ਹੀ ਮਨੁੱਖ ਦਾ ਜੀਵਨ ਹੈ। ਲੋਕਾਂ ਦਾ ਕਥਨ ਹੈ ਕਿ ਪ੍ਰਿਥਵੀ ਆਉਣ ਵਾਲੇ ਸਮੇਂ ਵਿੱਚ ਓਨਾ ਅੰਨ ਪੈਦਾ ਨਹੀਂ ਕਰ ਸਕੇਗੀ ਜਿੰਨਾ ਚਾਹੀਦਾ, ਪਰ ਵਿਗਿਆਨਕਾਂ ਦਾ ਕਥਨ ਹੈ ਕਿ ਅੰਨ ਖੇਤਾਂ ਵਿੱਚ ਉਗਾਉਣਾ ਹੀ ਨਹੀਂ ਪਵੇਗਾ, ਇਹ ਕਾਰਖਾਨਿਆਂ ਵਿੱਚ ਤਿਆਰ ਹੋਵੇਗਾ। ਧਰਤੀ ਅਤੇ ਆਕਾਸ਼ ਵਿਚਕਾਰ ਆਕਾਸ਼ੀ ਖੇਤ ਲਹਿਰਾਉਣਗੇ ਅਤੇ ਧਰਤੀ ਨਾਲੋਂ ਕਈ ਗੁਣਾ ਵੱਧ ਪੈਦਾਵਾਰ ਪੈਦਾ ਕੀਤੀ ਜਾ ਸਕੇਗੀ। ਘੱਟ ਸਮੇਂ ਵਿੱਚ ਵੱਧ ਪੌਸ਼ਟਿਕ ਅੰਨ ਆਕਾਸ਼ੀ ਖੇਤਾਂ ਵਿੱਚ ਬਣੇਗਾ। ਪੁਰਾਣੇ ਸਮਿਆਂ ਵਿੱਚ ਮਨੁੱਖ ਰੋਸ਼ਨੀ ਲਈ ਚਰਬੀ ਜਲਾਉਂਦਾ ਸੀ। ਵੇਲ ਮੱਛੀ ਦੇ ਘੱਟ ਹੋ ਜਾਣ ਨਾਲ ਮਿੱਟੀ ਦਾ ਤੇਲ ਵਰਤੋਂ ਵਿੱਚ ਆਉਣ ਲੱਗਾ। ਫਿਰ ਬਿਜਲੀ ਆ ਗਈ। ਹੁਣ ਰਾਤ ਨੂੰ ਦਿਨ ਵਿੱਚ ਬਦਲਿਆ ਜਾ ਸਕਦਾ। ਲੋੜ ਕਾਢ ਦੀ ਮਾਂ ਹੈ। ਕੁਝ ਸਮੇਂ ਬਾਅਦ ਅਣੂ ਸ਼ਕਤੀ ਨਾਲ ਬਿਜਲੀ ਬਣੇਗੀ। ਅਣੂ ਸ਼ਕਤੀ ਨਾਲ ਬਣੀ ਬਿਜਲੀ ਕਦੇ ਵੀ ਖਤਮ ਨਹੀਂ ਹੋਵੇਗੀ। ਜਦੋਂ ਧਰਤੀ ਵਿਚਲਾ ਪੈਟਰੋਲ ਖਤਮ ਹੋ ਜਾਵੇਗਾ ਤਾਂ ਸੌਰ ਊਰਜਾ ਨਾਲ ਸਾਰਾ ਕੰਮ ਹੋਇਆ ਕਰੇਗਾ। ਇਸ ਤਰ੍ਹਾਂ ਦੇਖਦੇ ਹਾਂ ਕਿ ਜੇਕਰ ਧਰਤੀ ਤੇ ਇੱਕ ਵਸਤੂ ਖਤਮ ਹੁੰਦੀ ਹੈ ਤਾਂ ਉਸ ਦੀ ਥਾਂ ਤੇ ਵੱਧ ਟਿਕਾਊ, ਵੱਧ ਸ਼ਕਤੀਸ਼ਾਲੀ ਅਤੇ ਬਿਹਤਰ ਚੀਜ਼ ਦੀ ਖੋਜ ਹੁੰਦੀ ਹੈ। ਇਸੇ ਤਰ੍ਹਾਂ ਕਿਹਾ ਗਿਆ ਹੈ ਕਿ ਪ੍ਰਿਥਵੀ ਦਾ ਭੰਡਾਰ ਨਾ ਖਤਮ ਹੋਣ ਵਾਲਾ ਹੈ। ਕੋਈ ਵੀ ਵਸਤੂ ਦੁਰਲੱਭ ਨਹੀਂ ਹੈ। ਇਸ ਦੁਨੀਆ ਵਿੱਚ ਸਭ ਕੁਝ ਹੈ, ਸਿਰਫ ਉਸ ਨੂੰ ਪਾਉਣ ਲਈ ਯਤਨ ਕਰਨ ਦੀ ਲੋੜ ਹੈ। ਕੁਦਰਤ ਵਿੱਚ ਧਨ ਭੰਡਾਰਾਂ ਦਾ ਨਾ ਮੁੱਕਣ ਵਾਲਾ ਖਜ਼ਾਨਾ ਹੈ। ਹਾਲੇ ਤੱਕ ਤਾਂ ਮਨੁੱਖ ਇਸ ਦੇ ਇੱਕ ਅੰਸ਼ ਤੱਕ ਵੀ ਨਹੀਂ ਪਹੁੰਚਿਆ। ਬਸ ਵੱਧ ਤੋਂ ਵੱਧ ਯਤਨ ਕਰਕੇ ਇਸ ਦੀ ਵੱਧ ਤੋਂ ਵੱਧ ਪ੍ਰਾਪਤੀ ਕੀਤੀ ਜਾ ਸਕਦੀ ਹੈ। ਲੇਖਕ ਸਵੇਟ ਮਾਰਟਿਨ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਜੇ ਤੁਹਾਨੂੰ ਇਹ ਵਿਚਾਰ ਚੰਗਾ ਲੱਗਾ ਹੈ ਤਾਂ ਅੱਗੇ ਵੀ ਸਾਂਝਾ ਕਰੋ।